ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਅਰਥ ਵਿਵਸਥਾ ਦੇ ਇੱਕ ਨਵੇਂ ਟੌਪਿਕ ਅਰਥ ਵਿਵਸਥਾ ਦੀ ਕੇਂਦਰੀ ਸਮੱਸਿਆਵਾਂ ਦਾ ਜ਼ਿਕਰ ਕਰਾਂਗੇ। ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਅਰਥ ਵਿਵਸਥਾ ਦੀਆਂ ਕੇਂਦਰੀ ਮੁੱਖ ਸਮੱਸਿਆਵਾਂ ਕੀ ਹਨ, ਯਾਨੀ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ ਕੀ ਹੈ। ਇਹਨੂੰ ਅੱਗੇ ਲੈ ਕੇ ਚੱਲਦੇ ਹਾਂ। ਕੇਂਦਰੀ ਸਮੱਸਿਆਵਾਂ ਅਤੇ ਆਰਥਿਕ ਸਮੱਸਿਆਵਾਂ, ਇਹਨਾਂ 'ਚ ਫਰਕ ਹੈ ਬੇਟਾ। ਕੇਂਦਰੀ ਸਮੱਸਿਆਵਾਂ ਆਰਥਿਕ ਸਮੱਸਿਆਵਾਂ ਨਹੀਂ ਹਨ। ਇਹਨਾਂ 'ਚ ਕੀ ਫਰਕ ਹੈ ਉਹਨੂੰ ਸਮਝਦੇ ਹਾਂ। ਦੇਖੋ, ਸਾਡੀ ਅਰਥ ਵਿਵਸਥਾ ਵਿੱਚ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਜਿਵੇਂ ਗਰੀਬੀ, ਬੇਰੋਜ਼ਗਾਰੀ, ਮੁਦਰਾਸਫੀਤੀ, ਵਸੋਂ ਦਾ ਵਿਸਫੋਟਕ ਵਾਧਾ, ਆਮਦਨ ਅਤੇ ਧਨ ਦਾ ਨਾ ਬਰਾਬਰ ਵੰਡ ਆਦਿ ਪਾਈਆਂ ਜਾਂਦੀਆਂ ਹਨ। ਅਤੇ ਕਈ ਵਾਰ ਤੁਸੀਂ ਇਹਨਾਂ ਸਮੱਸਿਆ ਨੂੰ ਦੇਸ਼ ਅਰਥ ਵਿਵਸਥਾ ਦੀ ਕੇਂਦਰੀ ਸਮੱਸਿਆ ਹੀ ਸਮਝਦੇ ਹੋ, ਜੋ ਕਿ ਗਲਤ ਹੈ। ਇਹ ਸਮੱਸਿਆਵਾਂ ਸਾਡੀ ਆਰਥਿਕ ਸਮੱਸਿਆ ਹਨ, ਕਿਸੇ ਅਰਥ ਵਿਵਸਥਾ ਦੇ ਨਾਲ ਸੰਬੰਧਿਤ ਹਨ। ਗਰੀਬੀ ਹੋ ਗਈ, ਬੇਰੋਜ਼ਗਾਰੀ ਹੋ ਗਈ, ਉਹ ਸਾਰੀਆਂ ਅਰਥ ਵਿਵਸਥਾ ਦੀ ਅਜਿਹੀ ਸਮੱਸਿਆਵਾਂ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੋ ਸਕਦੀ ਹੈ। ਕਿਸੇ ਦੇਸ਼ 'ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਸਕਦੀ ਹੈ, ਕਿਸੇ 'ਚ ਗਰੀਬੀ ਬਹੁਤ ਜ਼ਿਆਦਾ ਹੈ, ਕਿਸੇ ਦੇਸ਼ 'ਚ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਕਿਸੇ 'ਚ ਜਨਸੰਖਿਆ ਵਿਸਫੋਟ ਹੈ। ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਦੇਸ਼ ਦੀ ਮੁਦਰਾਸਫੀਤੀ ਦੀ ਹਾਲਤ ਵਿੱਚ ਗੁਜ਼ਰ ਰਿਹਾ ਹੈ ਤਾਂ ਦੂਜਾ ਦੇਸ਼ ਵੀ ਇਸੇ ਤਰ੍ਹਾਂ ਦੀ ਸਮੱਸਿਆ ਵਿੱਚ ਗੁਜ਼ਰ ਰਿਹਾ ਹੋਵੇ। ਹੋ ਸਕਦਾ ਹੈ ਇੱਕ ਦੇਸ਼ ਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਦੂਸਰੇ ਦੇਸ਼ ਨੂੰ ਕਿਸੇ ਹੋਰ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਕੇਂਦਰੀ ਸਮੱਸਿਆਵਾਂ ਇੱਕ ਅਜਿਹੀ ਸਮੱਸਿਆਵਾਂ ਹਨ ਜਿਹੜੀ ਹਰ ਦੇਸ਼, ਹਰ ਅਰਥ ਵਿਵਸਥਾ ਨੂੰ ਸਮਾਨ ਰੂਪ ਨਾਲ ਸਾਹਮਣਾ ਕਰਨਾ ਪੈਂਦਾ ਹੈ, ਉਸਦਾ ਹੱਲ ਲੱਭਣਾ ਪੈਂਦਾ ਹੈ ਅਤੇ ਦੇਸ਼ ਆਪਣੀ ਅਰਥ ਵਿਵਸਥਾ ਦੀ ਪ੍ਰਣਾਲੀ, ਲੋੜ ਅਤੇ ਉਪਲਬਧ ਸਾਧਨਾਂ ਅਨੁਸਾਰ ਇਸ ਦਾ ਹੱਲ ਲੱਭਦਾ ਹੈ। ਇਹ ਸਮੱਸਿਆਵਾਂ ਸੀਮਿਤ ਦੁਰਲਭ ਸਾਧਨਾਂ ਦੀ ਵੰਡ ਦੀਆਂ ਆਧਾਰਭੂਤ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਕਰਾਂਗੇ। ਦੇਖੋ बेटा, ਤੁਹਾਡੇ ਸਾਹਮਣੇ ਚਾਰ ਵਿਸ਼ੇ ਨੇ। ਅਰਥ ਵਿਵਸਥਾ ਕੀ ਹੈ? ਅਰਥ ਬਣੇ ਇਕਨੋਮੀ ਯਾਨੀ ਇਕਨੋਮਿਕ ਐਕਟੀਵਿਟੀ ਕਿਸੇ ਦੇਸ਼ ਦੇ ਵਿੱਚ ਹੁੰਦੀਆਂ ਹਨ, ਉਹਨਾਂ ਨੂੰ ਉਸ ਅਰਥ ਵਿਵਸਥਾ ਦਾ ਢਾਂਚਾ ਕਿਹਾ ਜਾਂਦਾ। ਇਕਨੋਮਿਕ ਐਕਟੀਵਿਟੀ ਕਿਹੜੀਆਂ ਹਨ? ਪਰ ਖੇਤੀਬਾੜੀ ਹੋ ਗਿਆ, ਉਦਯੋਗ ਧੰਦੇ ਹੋ ਗਏ, ਫਿਸ਼ਰੀਜ਼ ਹੋ ਗਈਆਂ, ਕਿਸੇ ਦੇ ਵਿੱਚ ਨੌਕਰੀ ਕਰ ਰਹੇ ਹਾਂ ਜਾਂ ਹੋਰ ਕਈ ਤਰ੍ਹਾਂ ਦੇ ਸੈਕਟਰ ਨੇ। ਜਿਵੇਂ ਸਾਨੂੰ ਪਤਾ ਹੈ 3 ਤਰ੍ਹਾਂ ਦੇ ਸੈਕਟਰ ਹੁੰਦੇ, ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ। ਪ੍ਰਾਥਮਿਕ, ਗੌਣ ਤੇ ਟਰਸ਼ਰੀ ਸੈਕਟਰ। ਪ੍ਰਾਥਮਿਕ ਸੈਕਟਰ ਜਿਹਦੇ ਵਿੱਚ ਜਿਵੇਂ ਖੇਤੀਬਾੜੀ ਆਉਂਦੀ ਹੈ, ਮਾਈਨਿੰਗ ਆਉਂਦੀ ਹੈ, ਫਿਸ਼ਰੀਜ਼ ਆਉਂਦੀ ਹੈ। ਸੈਕੰਡਰੀ ਜਿਹਦੇ ਵਿੱਚ ਕੰਮ ਧੰਦੇ ਆਉਂਦੇ ਹਨ, ਕਈ ਤਰ੍ਹਾਂ ਫੈਕਟਰੀਆਂ ਦੇ ਵਿੱਚ, ਉਦਯੋਗਾਂ ਦੇ ਵਿੱਚ ਕੰਮ ਧੰਦੇ ਲੋਕ ਕਰ ਰਹੇ ਨੇ। ਔਰ ਟਰਸ਼ਰੀ ਸੈਕਟਰ ਜਿੱਥੇ ਸੇਵਾਵਾਂ ਦਾ ਸੈਕਟਰ ਹੈ। ਫੋਰ ਐਗਜ਼ਾਮਪਲ ਜਿਹਦੇ ਵਿੱਚ ਅਸੀਂ ਕਹਿੰਦੇ ਅਧਿਆਪਕ ਦੀ ਸੇਵਾਵਾਂ ਹੋ ਗਈਆਂ, ਇਹ 'ਚ ਕਹਿੰਦੇ ਡਾਕਟਰ ਦੀ ਸੇਵਾਵਾਂ ਹੋ ਗਈਆਂ, ਸੀਏ ਦੀ ਸੇਵਾਵਾਂ ਔਰ ਵਕੀਲਾਂ ਦੀ ਸੇਵਾਵਾਂ। ਇਹ ਸਾਰੀਆਂ ਕਿਹੜੀਆਂ ਆਉਂਦੀਆਂ? ਟਰਸ਼ਰੀ ਸੈਕਟਰ। ਇਹ ਸਾਰੀ ਗਤੀਵਿਧੀਆਂ ਮਿਲ ਕੇ ਇੱਕ ਅਰਥ ਵਿਵਸਥਾ ਬਣਾਉਂਦੀਆਂ ਹਨ। ਇਹ ਸਾਰੀ ਆਰਥਿਕ ਗਤੀਵਿਧੀਆਂ ਲੋਕ ਕਰਦੇ ਹਨ। ਕਿਸ ਲਈ ਕਰਦੇ ਹਨ? ਆਪਣੀ ਬੇਸਿਕ ਨੀਡ ਨੂੰ ਪੂਰਾ ਕਰਨ ਲਈ। ਬੇਸਿਕ ਨੀਡਸ ਕਿਹੜੀਆਂ ਹਨ? ਰੋਟੀ, ਕੱਪੜਾ ਔਰ ਮਕਾਨ। ਔਰ ਇਹਦੇ ਨਾਲ ਦੋ ਚੀਜ਼ਾਂ, ਸਾਡੇ ਕੋਲ ਸਿਹਤ ਔਰ ਐਜੂਕੇਸ਼ਨ ਵੀ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ। ਅੱਗੇ ਦੇਖੀਏ ਅਰਥ ਵਿਵਸਥਾ ਦੀ ਵੱਖ-ਵੱਖ ਕੇਂਦਰੀ ਸਮੱਸਿਆਵਾਂ ਕਿਹੜੀਆਂ ਹਨ। ਕੇਂਦਰੀ ਸਮੱਸਿਆਵਾਂ 3 ਮੁੱਖ ਰੂਪ ਵਿੱਚ ਕਹੀਆਂ ਜਾਂਦੀਆਂ ਹਨ। ਪਹਿਲੀ, ਕਿੰਨਾ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਕੀਤਾ ਜਾਵੇ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਕਿਸੇ ਦੇਸ਼ ਦੇ ਵਿੱਚ ਮੰਨ ਲਓ ਕਿਸੇ ਚੀਜ਼ ਦਾ ਉਤਪਾਦਨ ਕਰਨਾ ਹੈ ਜਾਂ ਕਿਸੇ ਚੀਜ਼ ਸੇਵਾਵਾਂ ਦਾ ਉਤਪਾਦਨ ਕਰਨਾ ਹੈ ਤਾਂ ਉਹ ਕਿਹੜੀਆਂ ਵਸਤੂਆਂ ਦਾ ਕੀਤਾ ਜਾਵੇ ਔਰ ਕਿੰਨੀ ਮਾਤਰਾ 'ਚ ਕੀਤਾ ਜਾਵੇ। ਉਹ ਅਸੀਂ ਅੱਗੇ ਦੇਖਦੇ ਹਾਂ ਕਿਵੇਂ, ਕਿਸ ਤਰੀਕੇ ਨਾਲ ਉਤਪਾਦਨ ਦੇ ਬਾਰੇ ਮੁਸ਼ਕਲਾਂ ਆਉਂਦੀਆਂ ਹਨ। ਫਿਰ ਦੂਸਰੀ ਗੱਲ, ਉਤਪਾਦਨ ਕਿਸ ਤਰ੍ਹਾਂ ਕੀਤਾ ਜਾਵੇ। ਕੀ ਲੇਬਰ ਇੰਟੈਂਸਿਵ ਟੈਕਨੀਕ ਵਰਤੀ ਜਾਵੇ, ਕਿਰਤ ਪ੍ਰਧਾਨ ਤਕਨੀਕ, ਜਾਂ ਪੂੰਜੀ ਪ੍ਰਧਾਨ ਤਕਨੀਕ ਜਾਂ ਕੈਪੀਟਲ ਇੰਟੈਂਸਿਵ ਟੈਕਨੀਕ ਵਰਤੀ ਜਾਵੇ। ਉਤਪਾਦਨ ਕਿਸ ਲਈ ਕੀਤਾ ਜਾਵੇ। ਤੀਸਰਾ ਬੜਾ ਇੰਪੋਰਟੈਂਟ ਪੁਆਇੰਟ ਹੈ, ਉਤਪਾਦਨ ਜੇ ਅਸੀਂ ਕਰਨਾ ਹੈ ਤੇ ਕਿਸ ਲਈ ਕਰਨਾ ਹੈ, ਕਿਸ ਵਾਸਤੇ ਕਰਨਾ ਹੈ। ਇਹ ਵੀ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ। ਅੱਗੇ ਚੱਲਦੇ ਹਾਂ। ਪਹਿਲਾ ਪੁਆਇੰਟ, ਕੀ ਉਤਪਾਦਨ ਕੀਤਾ ਜਾਵੇ ਅਤੇ ਕਿੰਨੀ ਮਾਤਰਾ ਦੇ ਵਿੱਚ ਕੀਤਾ ਜਾਵੇ। ਜਿਵੇਂ ਸਾਨੂੰ ਇਹ ਪਤਾ ਹੈ ਕਿ ਸਾਡੇ ਕੋਲ ਸਾਧਨਾਂ ਸਾਡੀ ਲੋੜਾਂ ਦੇ ਮੁਕਾਬਲੇ ਸੀਮਿਤ ਮਾਤਰਾ, ਸਾਧਨ ਤਾਂ ਸੀਮਿਤ ਹਨ ਲੇਕਿਨ ਸਾਡੀ ਲੋੜਾਂ, ਜ਼ਰੂਰਤਾਂ ਅਸੀਮਿਤ ਹਨ ਅਤੇ ਜਿਨ੍ਹਾਂ ਨਾਲ ਅਸੀਂ ਆਪਣੀ ਸਾਰੀ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਅਤੇ ਹਰ ਇੱਕ ਵਸਤੂ ਜਿਸ ਦੀ ਸਾਨੂੰ ਲੋੜ ਹੈ ਉਸ ਦਾ ਉਤਪਾਦਨ ਵੀ ਨਹੀਂ ਕਰ ਸਕਦੇ। ਸਾਨੂੰ ਦੇਖਣਾ ਪਏਗਾ ਕਿ ਕਿਹੜੀ ਜਿਹੜੀ ਵਸਤੂ ਜਿਹੜੀ ਸਭ ਤੋਂ ਜ਼ਰੂਰੀ ਹੈ
उसका उत्पादन किया जाए, और जिसकी लोड़ घट है या उपयोग घट है उसका उत्पादन घट किया जाए। इसलिए सानू निर्णय लेना पैंदा है कि किहड़ी वस्तु अते सेवावां दा उत्पादन किया जाए ਅਤੇ कितनी मात्रा विच कीता जाए। इस करके होवेगा क्योंकि साडियां लोड़ां सीमित होण करके अते साडे साधन सीमित होण करके सानू अपनी लोड़ां नू प्राथमिकता देण दी लोड़ हुंदी है। भाव सानू निश्चित करना हुंदा है किहड़ियां लोड़ां नू पहलां पूरा कीता जावे अते किहड़ी लोड़ां नू बाद विच पूरा करन लई टाल दिता जावे। इसदी सानू वंड वख-वख तरह दी वस्तुआं दी चोण करनी पैंदी है। दूसरा पॉइंट सबसे इंपॉर्टेंट है, उत्पादन कितना किया जाए, किवें किया जाए। मैं जिवें तुहानूं पहले कहा कि किरत प्रधान तकनीक वरती जाए या पूंजी प्रधान तकनीक वरती जाए। मान लो किसी देश च बहुत सारी ह्यूमन कैपिटल है, लोग हैं, बेरोजगार हैं, तो सानू इहो जी तकनीक वरतनी चाहिए है कि उस देश की जनसंख्या के लोगों नूं बेरोजगारी दूर करने के लिए किरत प्रधान तकनीक की वरतों की जाए। या देश च लोगों की कमी है लेकिन पूंजी बहुत है, तो उस देश च पूंजी प्रधान तकनीक यानी बहुत ज्यादा फैक्ट्रियां लगा के वो जिहड़ा उत्पादन किया जाना चाहिए है। यानी उत्पादन करने की तकनीक की चोण जिहड़ी है ये एक बहुत बड़ी समस्या है हर देश वास्ते कि किस तरीके की तकनीक वरते जिहदे नाल कि उस चीज का उत्पादन किसी देश के विच कीता जा सके। अगे चलिए तो फिर साडे को पॉइंट आंदा उत्पादन किस लई कीता जावे। बहुत इंपॉर्टेंट है। हर देश के विच हर तरह के लोग होंदे हन, गरीब भी हैं और अमीर भी हैं और मिडल वर्ग भी है। जो साडे सामने समस्या आउंदी है कि वस्तुओं का उत्पादन किस लई कीता जावे तां इसदा अर्थ ये हुंदा है जिन्हां वस्तुओं अते सेवावां दा उत्पादन कीता जा रहा है वो वस्तुओं अते सेवावां अमीरां लई हन, गरीबां लई हन या मध्यवर्गी लोकां दे लई बनाईयां जाण। क्योंकि ये तीन वर्ग वख-वख वस्तुओं ते सेवावां दी वरतों कीती जांदी है, इसलिए इन्हां दे उत्पादन भी वख-वख होएगा। और ये बहुत इंपॉर्टेंट है कि देश दे विच कारां ही कारां बनाईयां जाण जिहड़ी अमीरां दे वरतों लई हन, कि देश दे विच साइकिल दे उत्पादन दी भी उन्नी जरूरत है, या कि मिडल वर्ग दे लई मध्यवर्गी वर्ग दे लई स्कूटर मोटरसाइकिल ने। इसका ध्यान भी रखना और इस किस तरीके हल करना एक बहुत बड़ी समस्या है कि उत्पादन किस लई कीते जाना है। कि देश सिर्फ वो वस्तुआं बनावे जिहड़े बहुत अमीरां दे काम आंदे या वो बनावे जिहड़े बहुत गरीबां लई, दोनों दे विच फर्क रखना या वो किस तरीके का उत्पादन निर्णय करना एक बहुत बड़ी समस्या है। अगला पॉइंट है साडे कोल साधना का विकास किद्दां कीते। इस तरह साधना के विकास द्वारा एक अर्थव्यवस्था को उत्पादन अते आमदन के पद्धर नूं वधा। देश को साधन सीमित ने, किस तरीके होर माइनिंग की जा सकती है, किस तरीके होर साधना का विकास किया जा सकता है, किस तरीके नाल मनुखी पूंजी का विकास किया जा सकता है, किस तरह एजुकेशन के विकास नाल उन्हां नूं होर जिहड़ा बहुत ज्यादा एक्सपर्ट बनाया जा सकता है, उन्हां नूं हुनरमंद बनाया जा सकता है। ये भी एक इंपॉर्टेंट समस्या देश के सामने हुंदी है। जेकर साधना का विकास करना होवे तो उसकी निवेश की मात्रा नूं वधाउणा जरूरी है। इसकी बचत करने की लोड़ होंदी है। बचत तो भाव है कि वर्तमान समय में उपभोग घट किया जाए ताकि आमदन के वड्डे भाव नूं बचाया जा सके और जिसनूं भविख विच निवेश के तौर पर वरत के आमदन में वाधा किया जा सके। पर एक गल है जे असीं वर्तमान दे विच उपभोग घट करांगे तो नो डाउट जिहड़ा असीं उत्पादन कर रहे हैं वो तो साडे कोल स्पेयर बच जाएगा। और ये बड़ी वड्डी समस्या है कि किस तरीके इकोनॉमी दे विच जिहड़ा है वो निवेश नूं वधाउणा है जिस दे नाल साडा अज दा उत्पादन दा पद्धर भी इफेक्ट ना करे और आने वाले समय वास्ते इन्वेस्टमेंट यानी कि निवेश भी साडे कोल सही मात्रा दे विच अवेलेबल होवे। ये भी एक बहुत वड्डी अर्थव्यवस्था की समस्या है। हुण इहदे नाल संबंधित प्रश्न किहड़े बनदे ने, यही सब तो इंपॉर्टेंट चीज है। बेटा जो असीं एग्जाम च पेपर देने साडा पॉइंट टू ने कि जो असीं पढ़िया है उन्होंने किस तरीके नाल असीं अपने विचारां नूं दस सके। फॉर एग्जाम्पल क्वेश्चन आया कि बेरोजगारी, मुद्रास्फीति, गरीबी आदि अर्थव्यवस्था की केंद्रीय समस्या हैं। तो आंसर की होगा नहीं। बेरोजगारी, मुद्रास्फीति, गरीबी आदि अर्थव्यवस्था की केंद्रीय समस्यावां नहीं हैं, जबकि अर्थव्यवस्था की केंद्रीय समस्यावां कि उत्पादन किया जाए, किवें उत्पादन किया जाए, किन्ना लई उत्पादन, ये मुख्य समस्या। वो दूसरा क्वेश्चन बन गया अर्थव्यवस्था तो की भाव है, ये बारे भी असीं गल कर ली। अर्थव्यवस्था की केंद्रीय समस्या के नाम लिखो, उस बारे भी गल करी। तो बेटा बहुत इंपॉर्टेंट है असीं जदों देखना है अर्थव्यवस्था की केंद्रीय समस्यावां
ਉਹਦੇ ਵਿੱਚ ਉਹ ਸਮੱਸਿਆਵਾਂ ਜਿਹੜੀਆਂ ਸਾਰੀ ਹੀ ਦੇਸ਼ਾਂ ਦੀ ਅਰਥਵਿਵਸਥਾ ਨੂੰ ਸਾਹਮਣਾ ਕਰਨ ਪੈਂਦੀਆਂ ਹਨ, ਉਹਨਾਂ ਨੂੰ ਅਸੀਂ ਅਰਥਵਿਵਸਥਾ ਦੀ ਕੇਂਦਰੀ ਸਮੱਸਿਆਵਾਂ ਕਹਿੰਦੇ ਹਾਂ। ਦੂਸਰੀ ਆਰਥਿਕ ਸਮੱਸਿਆਵਾਂ ਤੇ ਹਰ ਇੱਕ ਦੇਸ਼ ਦੀਆਂ ਅਲੱਗ-ਅਲੱਗ ਹੁੰਦੀਆਂ ਹਨ। ਮੈਨੂੰ ਆਸ ਹੈ ਕਿ ਤੁਹਾਨੂੰ ਇਸ ਬਾਰੇ ਕਲੀਅਰ ਹੋ ਗਿਆ ਹੋਵੇਗਾ, ਅਰਥਵਿਵਸਥਾ ਕੇਂਦਰੀ ਸਮੱਸਿਆ ਦਾ ਸਮਝ ਆ ਗਈ ਹੋਏਗੀ। ਥੈਂਕ ਯੂ ਬੇਟਾ, ਸਤਿ ਸ਼੍ਰੀ ਅਕਾਲ।